ਵੈਲਕਮ ਦੋਸਤੋ। ਅੱਜ ਅਸੀਂ ਗੱਲ ਕਰਾਂਗੇ ਵੈਸਟੀਜ ਦੇ ਮਾਰਕੀਟਿੰਗ ਪਲਾਨ ਦੇ ਬਾਰੇ। ਅਸੀਂ ਵੈਸਟੀਜ ਨੂੰ ਦੋ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਇੱਕ ਤਾਂ ਐਜ਼ ਅ ਕੰਜ਼ਿਊਮਰ ਅਤੇ ਦੂਸਰਾ ਹੁੰਦਾ ਹੈ ਐਜ਼ ਅ ਬਿਜ਼ਨਸ। ਪਹਿਲਾਂ ਐਜ਼ ਅ ਕੰਜ਼ਿਊਮਰ ਦੇ ਜੇ ਅਸੀਂ ਬੈਨੀਫਿਟਸ ਦੇਖੀਏ ਤਾਂ ਇਸਦੇ ਬਹੁਤ ਸਾਰੇ ਬੈਨੀਫਿਟਸ ਹੁੰਦੇ ਨੇ, ਜਿਵੇਂ ਕਿ MRP 'ਤੇ 10 to 20% ਆਫ, ਦੈਨ ਆਫਰਸ 10% ਫ੍ਰੀ, ਕੈਸ਼ਬੈਕ ਹੁੰਦਾ ਹੈ 5 to 11% ਐਵਰੀ ਮੰਥ। ਫਿਰ ਮਨੀ ਬੈਕ ਗਰੰਟੀ ਹੈ, ਜੇ ਤੁਹਾਨੂੰ ਪ੍ਰੋਡਕਟਸ ਨਹੀਂ ਚੰਗੇ ਲੱਗਦੇ ਤਾਂ ਤੁਸੀਂ ਪ੍ਰੋਡਕਟਸ ਨੂੰ ਵਾਪਸ ਕਰ ਸਕਦੇ ਹੋ ਅਤੇ ਉਹ ਤੁਹਾਨੂੰ 100% ਗਰੰਟੀ ਮਿਲੇਗੀ ਮਨੀ ਬੈਕ ਦੀ। ਅਤੇ 5th ਮੰਥ ਵਿੱਚ ਫ੍ਰੀ ਪ੍ਰੋਡਕਟਸ ਮਿਲਦੇ ਨੇ ਤੁਹਾਨੂੰ। ਲੱਕੀ ਡਰੋਅ ਕੱਢਿਆ ਜਾਂਦਾ ਹੈ ਹਰ ਮਹੀਨੇ। ਉਸ ਤੋਂ ਬਾਅਦ ਕੰਸਿਸਟੈਂਸੀ ਆਫਰ। ਇਹ ਕੀ ਹੁੰਦਾ ਹੈ ਕਿ ਜੇ ਅਸੀਂ 3600 ਦੇ ਪ੍ਰੋਡਕਟ ਦੀ MRP ਬਣਦੀ ਹੈ ਤਾਂ ਸਾਡਾ ਬਿੱਲ ਕਿੰਨਾ ਬਣੇਗਾ 3000 ਦਾ, ਮਤਲਬ ਕਿ ਸੇਵਿੰਗ ਹੋ ਗਈ ਸਿੱਧੀ 600 ਰੁਪਏ ਦੀ MRP 'ਤੇ। ਅਤੇ ਜੇ ਅਸੀਂ 3000 ਦੇ ਪ੍ਰੋਡਕਟ ਬਾਏ ਕਰਦੇ ਹਾਂ ਤਾਂ ਉਸੇ ਟਾਈਮ ਪ੍ਰੋਡਕਟਸ ਫ੍ਰੀ ਮਿਲਦੇ ਨੇ ਅਤੇ 225 ਰੁਪਏ ਕੈਸ਼ਬੈਕ ਮਿਲਦੇ ਨੇ। ਜੇ ਅਸੀਂ ਇਹਨਾਂ ਨੂੰ ਸਭ ਨੂੰ ਦੇਖੀਏ ਤਾਂ ਸਾਡੀ ਸੇਵਿੰਗ ਕਿੰਨੀ ਹੁੰਦੀ ਹੈ 1125 ਰੁਪਏ ਦੀ। ਸੇਮ ਜੇ ਅਸੀਂ ਪ੍ਰੋਡਕਟਸ ਨੂੰ 4 ਮਹੀਨੇ ਲਗਾਤਾਰ ਖਰੀਦੀਏ ਤਾਂ ਸਾਡੀ ਬਿੱਲ ਬਣਦਾ ਹੈ 12000 ਦਾ। 1 ਮਹੀਨੇ ਦੀ ਸੇਵਿੰਗ ਸੀਗੀ 1125 ਰੁਪਏ, 4 ਮਹੀਨਿਆਂ ਦੀ ਸੇਵਿੰਗ ਹੋਵੇਗੀ ਤੁਹਾਡੀ 4500 ਅਤੇ 5ਵੇਂ ਮਹੀਨੇ ਤੁਹਾਨੂੰ 3000 ਦੇ ਫ੍ਰੀ ਪ੍ਰੋਡਕਟਸ ਮਿਲਣਗੇ। ਅਤੇ ਇਹਨਾਂ ਨੂੰ ਜੇ ਅਸੀਂ ਦੇਖੀਏ ਤਾਂ ਸਾਡੀ ਸੇਵਿੰਗ ਟੋਟਲ ਹੋ ਗਈ 7500 ਦੀ। 12000 ਦੇ ਅਸੀਂ ਪ੍ਰੋਡਕਟਸ ਖਰੀਦੇ, ਜਿਨ੍ਹਾਂ ਵਿੱਚੋਂ 7500 ਦੀ ਸਾਡੀ ਸੇਵਿੰਗ ਹੋ ਗਈ, ਤਾਂ ਸਾਡੀ ਸੇਵਿੰਗ 62% ਦੀ ਹੋਵੇਗੀ। ਮਤਲਬ ਕਿ ਜੇ ਅਸੀਂ 3000 ਦੇ ਪ੍ਰੋਡਕਟਸ ਖਰੀਦੇ ਤਾਂ ਉਹ ਸਾਨੂੰ 12 ਜਾਂ 1300 ਦੇ ਹੀ ਪੈਣਗੇ। ਸਾਨੂੰ ਕਰਨਾ ਕੀ ਹੈ, ਸਿਰਫ ਇੱਕ ਆਪਣੀ ਸ਼ੌਪ ਚੇਂਜ ਕਰਨੀ ਹੈ। ਅਸੀਂ ਪਹਿਲਾਂ ਟਰਡੀਸ਼ਨਲ ਸਿਸਟਮ ਨਾਲ ਸਮਾਨ ਬਾਏ ਕਰਦੇ ਸੀ, ਹੁਣ ਅਸੀਂ ਕੀ ਕਰਨਾ ਹੈ, ਵੈਸਟੀਜ ਕੋਲ ਸਮਾਨ ਯੂਜ਼ ਕਰਨਾ ਹੈ। ਵੈਸਟੀਜ ਦੇ ਪ੍ਰੋਡਕਟਸ ਯੂਜ਼ ਕਰਨੇ ਹੈ ਜਿਹੜੇ ਕਿ ਡੇਲੀ ਬੇਸਿਸ ਦੇ ਪ੍ਰੋਡਕਟਸ ਆ, ਜਿਵੇਂ ਕਿ ਆਇਲ ਹੋ ਗਿਆ, ਟੁੱਥਪੇਸਟ ਹੋ ਗਈ, ਚਾਹ ਪੱਤੀ ਹੋ ਗਈ, ਟੁੱਥ ਬਰਸ਼ਿਜ਼ ਹੋ ਗਏ, ਹੋਰ ਵੀ ਬਹੁਤ ਸਾਰੇ ਪ੍ਰੋਡਕਟਸ ਨੇ। ਠੀਕ ਹੈ ਜੀ। ਅਸੀਂ ਕੀ ਕਰਨਾ ਹੈ, ਸਿਰਫ ਪ੍ਰੋਡਕਟਸ ਯੂਜ਼ ਕਰਨੇ ਆ ਅਤੇ ਆਪਣੇ ਦੋਸਤਾਂ ਜਾਂ ਰਿਲੇਟਿਵਸ ਨੂੰ ਰੈਕਮੈਂਡ ਕਰਨਾ ਹੈ। ਜੇ ਹੁਣ ਅਸੀਂ ਅੱਗੇ ਗੱਲ ਕਰੀਏ ਇਨਕਮ ਕਿਵੇਂ ਆਉਂਦੀ ਹੈ, 9 ਵੇਜ਼ ਹੁੰਦੇ ਆ ਇਨਕਮ ਦੇ ਵੈਸਟੀਜ ਦੇ ਵਿੱਚ ਅਰਨ ਕਰਨ ਦੇ। ਸਭ ਤੋਂ ਪਹਿਲੀ ਸੀਗੀ ਸੇਵਿੰਗ ਔਨ ਕੰਜ਼ਪਸ਼ਨ, ਜਿਹੜੀ ਕਿ ਹੁੰਦੀ ਹੈ 10 ਤੋਂ 20%, ਜਿਹੜੀ ਕਿ ਅਸੀਂ ਦੇਖ ਚੁੱਕੇ ਹਾਂ ਪਿੱਛੇ। ਅਗਲੀ ਹੈ ਪਰਫੋਰਮੈਂਸ ਬੋਨਸ। ਜੇ ਅਸੀਂ ਪਰਫੋਰਮੈਂਸ ਬੋਨਸ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਸਾਨੂੰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ 30 ਰੁਪਏ ਦਾ ਸਾਡਾ 1 PV ਬਣਦਾ ਹੈ। ਮਤਲਬ ਕਿ ਜੇ ਅਸੀਂ 30 ਰੁਪਏ ਦਾ ਸਮਾਨ ਖਰੀਦੀਏ ਤਾਂ ਸਾਨੂੰ 1 ਪੁਆਇੰਟ ਵੈਲਿਊ ਮਿਲੇਗੀ, ਅਤੇ ਜਿਹੜੀ 1 ਪੁਆਇੰਟ ਵੈਲਿਊ ਹੁੰਦੀ ਹੈ ਉਹ 18 ਬਿਜ਼ਨਸ ਵੈਲਿਊ ਦੇ ਬਰਾਬਰ ਹੁੰਦੀ ਹੈ। ਜਿਹੜੀ ਕਿ ਪੁਆਇੰਟ ਵੈਲਿਊਜ਼ ਹੁੰਦੀਆਂ ਨੇ ਉਹ ਸਾਡਾ ਲੈਵਲ ਅਪਗ੍ਰੇਡ ਕਰਨ ਲਈ ਹੁੰਦੀਆਂ, ਲੈਵਲ ਦੇਖਣ ਲਈ ਹੁੰਦੀਆਂ, ਅਤੇ ਜਿਹੜੀ ਸਾਡੀ ਬਿਜ਼ਨਸ ਵੈਲਿਊ ਆ ਉਹ ਸਾਡੇ ਪੇ ਆਊਟ ਦੇ ਨਾਲ ਰਿਲੇਟਿਡ ਹੁੰਦੀਆਂ ਨੇ। ਜੇ ਅਸੀਂ ਸਾਡੇ ਜਿਹੜੇ PV ਆ 1 ਤੋਂ 600 ਦੇ ਜਾਂ 599 ਦੇ ਵਿੱਚ ਹੋਣ ਤਾਂ ਸਾਡਾ 5% ਲੈਵਲ ਹੁੰਦਾ ਆ। ਸਿਮਿਲਰਲੀ ਜੇ 600 ਤੋਂ ਲੈ ਕੇ 2399 ਦੇ ਵਿੱਚ ਹੋਣ ਤਾਂ ਸਾਡਾ 8% ਲੈਵਲ ਹੁੰਦਾ ਹੈ। ਅਤੇ ਇਹੀ PV ਜੇ ਸਾਡੇ 5500 ਤੋਂ ਵੱਧ ਜਾਣ ਤਾਂ ਸਾਡਾ ਲੈਵਲ 11% ਹੋ ਜਾਂਦਾ ਹੈ, ਜਿੱਥੇ ਕਿ ਅਸੀਂ ਡਾਇਰੈਕਟਰ ਬਣ ਜਾਂਦੇ ਹਾਂ। ਅਤੇ ਐਡੀਸ਼ਨਲ ਕੁਛ ਇਹਦੇ ਐਡਵਾਂਟੇਜਿਸ ਨੇ, ਜਿਵੇਂ ਕਿ ਜੇ ਅਸੀਂ 1 ਮਹੀਨੇ ਦੇ ਵਿੱਚ ਸਿੰਗਲ ਮੰਥ ਦੇ ਵਿੱਚ 282 PV ਦਾ ਬਿਜ਼ਨਸ ਕਰਦੇ ਹਾਂ, ਮਤਲਬ ਕਿ ਪਰਚੇਜ਼ ਕਰਦੇ ਹਾਂ ਜਾਂ ਆਪਣੇ ਡਾਊਨਲਾਈਨਸ ਤੋਂ ਉਹਨਾਂ ਤੋਂ ਪਰਚੇਜ਼ ਕਰਵਾਉਂਦੇ ਹਾਂ, ਤਾਂ ਇਸ ਦੇ ਵੀ ਬਹੁਤ ਬੈਨੀਫਿਟਸ ਨੇ, ਜਿਵੇਂ ਕਿ 750 ਦਾ ਫ੍ਰੀ ਵਾਊਚਰ ਪ੍ਰੋਡਕਟ ਮਿਲਦਾ ਹੈ ਸਾਨੂੰ। ਉਸ ਤੋਂ ਬਾਅਦ ਜੇ ਅਸੀਂ ਇੱਕ ਸਿੰਗਲ ਮੰਥ ਦੇ ਵਿੱਚ 4500 PV ਦਾ ਬਿਜ਼ਨਸ ਕਰ ਲੈਂਦੇ ਹਾਂ ਤਾਂ ਅਸੀਂ ਸਿੱਧੇ ਹੀ ਫਾਸਟ ਬ੍ਰੌਂਜ਼ ਡਾਇਰੈਕਟਰ ਬਣ ਜਾਵਾਂਗੇ, ਜਿਹੜੇ ਕਿ 5500 PV ਕਰਨ ਤੋਂ ਬਾਅਦ ਬਣਦੇ ਹਾਂ। ਹੁਣ ਜੇ ਅਸੀਂ ਗੱਲ ਕਰੀਏ ਕਿ ਕੰਮ ਕਿਵੇਂ ਹੁੰਦਾ ਹੈ, ਤੁਸੀਂ ਕੀ ਕਰਨਾ ਹੈ, ਪ੍ਰੋਡਕਟਸ ਨੂੰ ਬਾਏ ਕਰਨਾ ਹੈ ਅਤੇ ਉਹਨਾਂ ਨੂੰ ਯੂਜ਼ ਕਰਕੇ ਦੇਖਣਾ ਹੈ। ਤੁਹਾਨੂੰ ਪ੍ਰੋਡਕਟਸ ਵਧੀਆ ਲੱਗਣਗੇ ਅਤੇ ਤੁਸੀਂ ਅੱਗੇ ਕੀ ਕਰਨਾ ਹੈ, ਆਪਣੇ 6 ਫਰੈਂਡਸ ਨੂੰ ਜਾਂ ਰਿਲੇਟਿਵਸ ਨੂੰ ਕਿਸੇ ਨੂੰ ਵੀ ਰੈਕਮੈਂਡ ਕਰਨਾ ਹੈ। ਅਤੇ ਉਸ ਨਾਲ ਕੀ ਹੋਵੇਗਾ, ਤੁਹਾਨੂੰ 100 PV ਮਿਲਣਗੇ ਆਪਣੇ 3000 ਦੇ ਪ੍ਰੋਡਕਟਸ ਬਾਏ ਕਰਨ 'ਤੇ। ਸਿਮਿਲਰਲੀ ਤੁਹਾਡੇ ਡਾਊਨਲਾਈਨਸ ਨੂੰ ਵੀ 100 PV ਮਿਲਣਗੇ, ਤਾਂ ਤੁਹਾਡਾ ਟੋਟਲ ਜਿਹੜਾ ਬਿਜ਼ਨਸ ਹੋਵੇਗਾ ਉਹ ਕਿੰਨੇ PV ਦਾ ਹੋ ਜਾਏਗਾ, 700 PV। ਹਾਂਜੀ, ਤਾਂ ਜੇ ਮੈਂ ਗੱਲ ਕਰਾਂ 700 PV ਦਾ ਕੀ ਬੈਨੀਫਿਟ ਮਿਲੇਗਾ ਤੁਹਾਨੂੰ, ਜਿਵੇਂ ਕਿ ਅਸੀਂ ਪਿੱਛੇ ਦੇਖਿਆ ਸੀਗਾ ਕਿ ਸਾਡਾ ਜਿਹੜਾ ਚਾਰਟ ਹੈ, ਜੇ ਸਾਡੇ 1 ਤੋਂ ਲੈ ਕੇ 599 ਵਿੱਚ PV ਹੁੰਦੇ ਨੇ ਤਾਂ ਅਸੀਂ 5% ਲੈਵਲ 'ਤੇ ਹਾਂ। ਜੇ 600 ਤੋਂ 2399 ਦੇ ਵਿੱਚ ਹੁੰਦੇ ਨੇ ਤਾਂ ਅਸੀਂ 8% 'ਤੇ ਹਾਂ। ਹੁਣ ਸਾਡੇ PV ਨੇ 700, ਤਾਂ ਅਸੀਂ 8% ਲੈਵਲ 'ਤੇ ਹਾਂ, ਅਤੇ ਸਾਡੇ ਸਾਰੇ ਡਾਊਨਲਾਈਨਸ ਆ ਜਿਹੜੇ ਉਹ ਹੈਗੇ ਨੇ 5% ਲੈਵਲ 'ਤੇ। ਪਹਿਲਾਂ ਇਹਨਾਂ ਦਾ ਦੇਖਦੇ ਹਾਂ। ਜਿੰਨਾ ਤੁਹਾਡਾ ਲੈਵਲ ਹੈ ਮਾਈਨਸ ਤੁਹਾਡੇ ਡਾਊਨਲਾਈਨ ਦਾ, ਮਤਲਬ ਕਿ 8 - 5 ਤਾਂ 3%, ਤਾਂ ਤੁਹਾਨੂੰ
ਬਿਜ਼ਨਸ ਵੈਲਿਊ ਕਿੱਦਾਂ ਕੈਲਕੂਲੇਟ ਕਰੀਦੀ ਸੀ, 18 ਨਾਲ ਮਲਟੀਪਲਾਈ ਕਰਕੇ ਤਾਂ ਤੁਹਾਨੂੰ 1800 ਦਾ 3% ਲਗਭਗ 300, ਅਤੇ ਤੁਹਾਡਾ ਆਪਣਾ ਲੈਵਲ ਕਿਹੜਾ ਹੋਵੇਗਾ 8% ਦਾ, ਅਤੇ ਤੁਹਾਡੇ 100 PV ਨੇ 1800 ਦਾ 8% ਮਤਲਬ 144 ਰੁਪਏ। ਇਹ ਤੁਹਾਡੇ ਪਹਿਲੇ ਮੰਥ ਦੀ ਇਨਕਮ ਹੋਵੇਗੀ ਜੇ ਤੁਸੀਂ 6 ਬੰਦੇ ਜੋੜੇ। ਅੱਗੇ ਜੇ ਅਸੀਂ ਗੱਲ ਕਰੀਏ ਐਵੇਂ ਹੀ ਉਹ ਅੱਗੇ 6 ਬੰਦੇ ਅਗਲੇ 6 ਬੰਦਿਆਂ ਨੂੰ ਰੈਕਮੈਂਡ ਕਰਨਗੇ। ਉਹ ਅੱਗੇ ਜੇ ਤੁਹਾਡਾ ਬਿਜ਼ਨਸ 10,23,000 ਤੱਕ ਦਾ ਪਹੁੰਚ ਜਾਂਦਾ ਆ, ਹਰੇਕ ਬੰਦਾ ਉਹਦੇ ਵਿੱਚ 3,000 ਦਾ ਸਮਾਨ ਬਾਏ ਕਰਦਾ ਆ, ਤਾਂ ਤੁਹਾਡੀ ਪੇ ਆਊਟ ਆਏਗੀ 1 ਲੱਖ ਰੁਪਏ ਦੀ। ਠੀਕ ਹੈ ਜੀ। ਉਸ ਤੋਂ ਬਾਅਦ ਐਵੇਂ ਤੁਹਾਡਾ ਨੈਟਵਰਕ ਵੱਧਦਾ ਜਾਏਗਾ ਅਤੇ ਤੁਹਾਡੇ ਅਕੋਰਡਿੰਗਲੀ ਪੇ ਆਊਟ ਵੀ ਵੱਧਦੀ ਜਾਏਗੀ। ਹੁਣ ਜੇ ਅਸੀਂ ਗੱਲ ਕਰੀਏ ਤੀਜੀ ਤਰ੍ਹਾਂ ਦੀ ਪੇ ਆਊਟ, ਜਿਹੜੀ ਕਿ ਹੁੰਦੀ ਆ ਬ੍ਰੌਂਜ਼ ਡਾਇਰੈਕਟਰ ਬੋਨਸ, ਉਹ ਸਿਰਫ ਕੁਆਲੀਫਾਈਡ ਬ੍ਰੌਂਜ਼ ਡਾਇਰੈਕਟਰ ਨੂੰ ਮਿਲਦੀ ਹੈ। ਹੁਣ ਕੁਆਲੀਫਾਈਡ ਬ੍ਰੌਂਜ਼ ਡਾਇਰੈਕਟਰ ਕੌਣ ਹੁੰਦੇ ਨੇ? ਸਭ ਤੋਂ ਪਹਿਲਾਂ ਸਾਨੂੰ ਬ੍ਰੌਂਜ਼ ਡਾਇਰੈਕਟਰ ਬਣਨ ਲਈ 5500 ਪਲੱਸ PV ਚਾਹੀਦੇ ਨੇ। ਠੀਕ ਆ ਜੀ। ਉਸ ਤੋਂ ਬਾਅਦ ਬ੍ਰੌਂਜ਼ ਡਾਇਰੈਕਟਰ ਬਣਨ ਲਈ ਸਾਨੂੰ ਕੁਆਲੀਫਾਈਡ ਬ੍ਰੌਂਜ਼ ਡਾਇਰੈਕਟਰ ਬਣਨ ਲਈ ਸਾਨੂੰ 1 ਮਹੀਨੇ ਵਿੱਚ 2000 ਪਲੱਸ PV ਦਾ ਬਿਜ਼ਨਸ ਕਰਨਾ ਪੈਂਦਾ ਹੈ, ਤਾਂ ਅਸੀਂ ਕੁਆਲੀਫਾਈਡ ਬ੍ਰੌਂਜ਼ ਡਾਇਰੈਕਟਰ ਮੰਨਾਂਗੇ ਉਸ ਮਹੀਨੇ ਦੇ ਵਿੱਚ, ਅਤੇ ਸਾਨੂੰ ਤਾਂ ਹੀ ਉਸ ਦੇ ਬੇਸਿਸ ਦੇ ਉੱਪਰ ਇਨਕਮ ਆਏਗੀ। ਠੀਕ ਆ ਜੀ। ਹੁਣ ਜੇ ਅਸੀਂ ਡਿਫਰੈਂਟ ਲੈਵਲਸ ਦੇਖੀਏ ਕੀ ਨੇ ਹੁੰਦੇ ਨੇ, ਸਭ ਤੋਂ ਪਹਿਲਾਂ ਤਾਂ ਬ੍ਰੌਂਜ਼ ਡਾਇਰੈਕਟਰ ਹੁੰਦਾ ਹੈ ਜਿਹੜਾ ਕਿ 5500 ਪਲੱਸ PV ਤੋਂ ਬਣਦਾ ਹੈ, ਅਤੇ ਉਸ ਸਿੰਗਲ ਮੰਥ ਵਿੱਚ ਉਸ ਦਾ ਜਿਹੜਾ ਬਿਜ਼ਨਸ ਹੈ 2000 ਪਲੱਸ PV ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਜੀ ਸਿਲਵਰ ਡਾਇਰੈਕਟਰ। ਸਿਲਵਰ ਡਾਇਰੈਕਟਰ ਦੀ ਜਿਵੇਂ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ, ਤੁਹਾਡੀ ਡਾਊਨਲਾਈਨ ਦੇ ਵਿੱਚ ਇੱਕ ਕੁਆਲੀਫਾਈਡ ਡਾਇਰੈਕਟਰ ਹੋਣਾ ਚਾਹੀਦਾ ਹੈ। ਕੁਆਲੀਫਾਈਡ ਡਾਇਰੈਕਟਰ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦੀ ਹਾਂ, ਉਹ ਹੁੰਦਾ ਹੈ ਜਿਸ ਦੇ 5500 ਅਕਮੂਲੇਟਿਵ PV, ਮਤਲਬ ਕਿ ਪਿਛਲੇ ਮਹੀਨੇ ਦੇ ਵੀ ਜੋੜ ਕੇ PV ਜਿਹੜੇ ਹੋ ਸਕਦੇ ਆ, ਅਤੇ ਇਸ ਮਹੀਨੇ ਵਾਲੇ ਵੀ, ਅਤੇ ਉਸਦਾ ਇਸ ਮਹੀਨੇ ਵਾਲਾ ਜਿਹੜਾ ਬਿਜ਼ਨਸ ਹੋਣਾ ਚਾਹੀਦਾ ਆ ਉਹ 2000 PV ਹੋਣੇ ਚਾਹੀਦੇ ਨੇ। ਠੀਕ ਆ ਜੀ। ਉਸ ਤੋਂ ਬਾਅਦ ਆਉਂਦਾ ਹੈ ਗੋਲਡ। ਉਹਦੇ ਵਿੱਚ ਕੀ ਹੁੰਦਾ ਹੈ, ਤੁਹਾਡੇ ਡਾਊਨਲਾਈਨਸ ਦੇ ਵਿੱਚ 2 ਜਿਹੜੇ ਆ ਕੁਆਲੀਫਾਈਡ ਡਾਇਰੈਕਟਰ ਹੋਣੇ ਚਾਹੀਦੇ, ਅਤੇ ਤੁਹਾਡਾ ਸਾਈਡ ਬਿਜ਼ਨਸ ਆ ਜਿਹੜਾ, ਮਤਲਬ ਕਿ ਜਿਹੜੀਆਂ ਬਾਕੀ ਦੀਆਂ ਲੈਗਸ ਬਚੀਆਂ ਉਹਨਾਂ ਦੇ ਵਿੱਚੋਂ 1501 PV ਹੋਣਾ ਚਾਹੀਦਾ ਹੈ। ਠੀਕ ਆ ਜੀ। ਉਸ ਤੋਂ ਬਾਅਦ ਆਉਂਦਾ ਹੈ ਸਟਾਰ ਡਾਇਰੈਕਟਰ, ਜਿਹਦੇ ਥੱਲੇ 3 ਕੁਆਲੀਫਾਈਡ ਡਾਇਰੈਕਟਰ ਹੁੰਦੇ ਨੇ, ਅਤੇ ਸਾਈਡ ਬਿਜ਼ਨਸ ਹੁੰਦਾ ਹੈ 1000 PV ਪਲੱਸ। ਅਤੇ ਉਸ ਤੋਂ ਬਾਅਦ ਆਉਂਦਾ ਨਾ ਡਾਇਮੰਡ, ਜਿਸ ਦੇ ਥੱਲੇ 4 ਕੁਆਲੀਫਾਈਡ ਡਾਇਰੈਕਟਰਸ ਹੁੰਦੇ ਨੇ, ਅਤੇ ਸਾਈਡ ਬਿਜ਼ਨਸ ਜਿਹੜਾ ਹੁੰਦਾ ਹੈ ਉਹ 501 PV ਦਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਕਰਾਊਨ ਡਾਇਰੈਕਟਰ ਦੀ, ਉਸ ਵਿੱਚ ਕੀ ਹੁੰਦਾ ਹੈ, ਤੁਹਾਡੀ ਡਾਊਨਲਾਈਨ ਦੇ ਵਿੱਚ 6 ਕੁਆਲੀਫਾਈਡ ਡਾਇਰੈਕਟਰਸ ਹੋਣੇ ਚਾਹੀਦੇ, ਅਤੇ ਤੁਹਾਨੂੰ ਸਾਈਡ ਬਿਜ਼ਨਸ ਮੇਨਟੇਨ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ ਫਿਰ। ਉਸ ਤੋਂ ਬਾਅਦ ਆਉਂਦਾ ਹੈ ਯੂਨੀਵਰਸਲ ਕਰਾਊਨ ਡਾਇਰੈਕਟਰ, ਜਿਸ ਵਿੱਚ ਤੁਹਾਡੇ ਲੈਗਸ ਦੇ ਵਿੱਚ 8 ਕੁਆਲੀਫਾਈਡ ਡਾਇਰੈਕਟਰਸ ਹੋਣੇ ਚਾਹੀਦੇ ਆ। ਸਿਮਿਲਰਲੀ ਜੇ ਡਬਲ ਕਰਾਊਨ ਡਾਇਰੈਕਟਰ ਬਣਨਾ ਤੁਸੀਂ, ਤਾਂ ਤੁਹਾਡੀ ਲੈਗਸ ਦੇ ਵਿੱਚ 12 ਕੁਆਲੀਫਾਈਡ ਡਾਇਰੈਕਟਰਸ ਹੋਣੇ ਚਾਹੀਦੇ ਆ। ਠੀਕ ਆ ਜੀ। ਉਸ ਤੋਂ ਬਾਅਦ ਜੇ ਚੌਥੀ ਇਨਕਮ ਦੀ ਗੱਲ ਕਰੀਏ, ਉਹ ਹੁੰਦੀ ਹੈ ਬਿਜ਼ਨਸ ਬਿਲਡਿੰਗ ਬੋਨਸ, ਜਿਹੜੀ ਕਿ ਫॉर ਕੁਆਲੀਫਾਈਡ ਸਿਲਵਰ ਡਾਇਰੈਕਟਰਸ ਜਾਂ ਉਹਨਾਂ ਦੇ ਉੱਪਰ ਅਬਵ ਵਾਲਿਆਂ ਦੇ ਵਿੱਚ ਵੰਡੀ ਜਾਂਦੀ ਹੈ, ਜਿਹੜੀ ਹੁੰਦੀ ਹੈ 14% ਕੰਪਨੀ ਦੇ ਜਿਹੜਾ ਮੰਥਲੀ PV ਹੈ ਡਿਵਾਈਡਡ ਬਾਏ ਟੋਟਲ ਜਿੰਨੇ ਤੁਸੀਂ PV ਕਲੈਕਟ ਕੀਤੇ। ਠੀਕ ਆ ਜੀ। ਉਸ ਤੋਂ ਬਾਅਦ ਪੰਜਵੀਂ ਇਨਕਮ ਹੁੰਦੀ ਹੈ ਲੀਡਰਸ਼ਿਪ ਓਵਰਰਾਈਡਿੰਗ ਬੋਨਸ, ਜਿਹੜਾ ਕਿ ਕੰਪਨੀ ਦੇ 16% ਦੀ ਹੁੰਦੀ ਹੈ ਟਰਨਓਵਰ ਦੀ, ਜਿਹੜੀ ਸਿਲਵਰ ਡਾਇਰੈਕਟਰਸ ਐਂਡ ਅਬਵ ਦੇ ਵਿੱਚ ਡਿਸਟਰੀਬਿਊਟ ਕੀਤੀ ਜਾਂਦੀ ਹੈ। 6ਵੀਂ ਤਰ੍ਹਾਂ ਦੀ ਇਨਕਮ ਹੁੰਦੀ ਹੈ ਟਰੈਵਲ ਫੰਡ, ਜਿਹੜੀ ਕਿ 5% ਹੁੰਦੀ ਹੈ। ਇਹ ਫॉर ਕੁਆਲੀਫਾਈਡ ਸਿਲਵਰ ਡਾਇਰੈਕਟਰਸ ਤੇ ਅਬਵ ਦੇ ਵਿੱਚ ਵੰਡੀ ਜਾਂਦੀ ਹੈ, ਸਿਰਫ 5 ਲੈਵਲਸ ਤੱਕ ਹੀ ਮਿਲਦੀ ਹੈ। ਠੀਕ ਆ ਜੀ। ਉਸ ਤੋਂ ਬਾਅਦ ਆਉਂਦੀ ਹੈ ਸਾਡੇ ਕੋਲ 7ਵੀਂ ਇਨਕਮ, ਜਿਹੜੀ ਹੁੰਦੀ ਹੈ ਕਾਰ ਫੰਡ 5%, ਉਹ ਵੀ ਸਿਲਵਰ ਡਾਇਰੈਕਟਰਸ ਤੇ ਅਬਵ ਦੇ ਵਿੱਚ ਵੰਡੀ ਜਾਂਦੀ ਹੈ, ਅਤੇ ਉਹ ਹੁੰਦਾ 7% ਆਫ ਦਾ ਮੰਥ ਆਫ ਦਾ ਕੰਪਨੀਜ਼ ਟਰਨਓਵਰ। ਦੈਨ 8ਵੀਂ ਤਰ੍ਹਾਂ ਦੀ ਇਨਕਮ ਹੁੰਦੀ ਹੈ ਹਾਊਸ ਫੰਡ, ਜਿਹੜੀ ਕਿ ਹੁੰਦੀ ਹੈ 3%। ਜਦੋਂ ਅਸੀਂ ਕੁਆਲੀਫਾਈਡ ਕਰਾਊਨ ਡਾਇਰੈਕਟਰ ਬਣਦੇ ਹਾਂ ਉਦੋਂ ਮਿਲਦੀ ਹੈ। ਹਾਊਸ ਫੰਡ 3% ਆਫ ਦਾ ਕੰਪਨੀਜ਼ ਮੰਥਲੀ PV ਦੇ ਵਿੱਚ ਮਿਲਦੀ ਹੈ। ਦੈਨ ਲਾਸਟ ਆਪਣੀ ਜਿਹੜੀ ਇਨਕਮ ਹੈ ਉਹ ਹੁੰਦੀ ਹੈ ਇਲੀਟ ਕਲੱਬ ਬੋਨਸ, ਜਿਹੜਾ ਕਿ 2% ਹੈ। ਇਹ ਸਿਰਫ DCD ਜਾਂ DUCDs ਦੇ ਵਿੱਚ ਹੀ ਡਿਸਟਰੀਬਿਊਟ ਹੁੰਦੀ ਹੈ ਇਲੀਟ ਕਲੱਬ ਬੋਨਸ। ਠੀਕ ਆ ਜੀ। ਇਹ 2% ਆਫ ਕੰਪਨੀਜ਼ ਮੰਥਲੀ PV ਸਾਰਾ ਡਿਸਟਰੀਬਿਊਟ ਕੀਤਾ ਜਾਂਦਾ ਹੈ। ਹੁਣ ਮੈਂ ਕੁਝ ਪੇ ਆਊਟਸ ਦੀ ਗੱਲ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਜੇ ਅਸੀਂ ਦੇਖੀਏ, ਇਹ ਮੈਮ ਨੇ ਜਿਨ੍ਹਾਂ ਦੀ ਡਾਇਰੈਕਟਰ ਬਣਨ ਤੋਂ ਪਹਿਲਾਂ ਇਨਕਮ ਸੀਗੀ 422 ਰੁਪਏ ਨਿਸ਼ੂ ਮੈਮ ਦੀ, ਬਟ ਜਦੋਂ ਇਹ ਡਾਇਰੈਕਟਰ ਬਣ ਗਏ ਤਾਂ ਇਹਨਾਂ ਦੀ ਇਨਕਮ ਹੋ ਗਈ 10,000। ਇਹ ਇੱਕ ਸਟੂਡੈਂਟ ਨੇ। ਦੈਨ ਜੇ ਅਸੀਂ ਗੱਲ ਕਰੀਏ ਮੁਹੰਮਦ ਸੈਫ ਸਰ ਦੀ, ਇਹ ਗੋਲਡ ਡਾਇਰੈਕਟਰ ਨੇ ਜਿਨ੍ਹਾਂ ਦੀ ਇਨਕਮ ਲਗਭਗ 18,000 ਦੇ ਬਰਾਬਰ ਹੈ। ਦੈਨ ਜੇ ਅਸੀਂ ਹੁਣ ਗੱਲ ਕਰੀਏ ਸੰਜੂਮ ਭਾਟੀਆ ਸਰ ਦੀ, ਤਾਂ ਸਰ ਦੀ ਇਨਕਮ ਹੈ 1 ਲੱਖ ਰੁਪਇਆ ਲਗਭਗ। ਠੀਕ ਹੈ ਜੀ। ਉਸ ਤੋਂ ਬਾਅਦ ਦੈਨ ਪੁਨੀਤ ਅਰੋੜਾ ਸਰ ਹੈ, ਜੋ ਕਿ ਬੈਂਕ ਦੇ ਵਿੱਚ ਜੋਬ ਕਰਦੇ ਸੀ। ਸਰ ਦੀ ਇਨਕਮ ਹੈ ਹੁਣ 99,328 ਰੁਪਏ। ਸਰ ਹੈਗੇ ਆ ਸਟਾਰ ਡਾਇਰੈਕਟਰ। ਦੈਨ ਇਹਨੇ
ਵਰਿੰਦਰ ਪ੍ਰਤਾਪ ਸਿੰਘ ਜੋ ਕਿ ਸਿਰਫ 21 ਸਾਲ ਦੇ ਨੇ, ਅਤੇ ਇਹਨਾਂ ਦੀ 3 ਮਹੀਨਿਆਂ ਦੀ ਪੇ ਆਊਟ ਆਈ ਹੈ ਜੀ 6,12,786 ਰੁਪਏ। ਜੇ 21 ਸਾਲਾਂ ਦਾ ਬੱਚਾ ਇਹ ਕਰ ਸਕਦਾ ਹੈ ਤਾਂ ਸੋਚੋ ਤੁਸੀਂ ਕਿਉਂ ਨਹੀਂ ਕਰ ਸਕਦੇ। ਇਹ ਹੈ ਕਰਾਊਨ ਡਾਇਰੈਕਟਰ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਸਰ ਦੀ, ਤਾਂ ਇਹਨਾਂ ਦੀ 3 ਮਹੀਨਿਆਂ ਦੀ ਇਨਕਮ ਆ ਜਿਹੜੀ ਉਹ ਲਗਭਗ 10 ਲੱਖ ਦੇ ਬਰਾਬਰ ਹੈ ਜੀ।